वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी शाम ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਗੁਰਬਾਣੀ ਦੀ ਸੰਥਿਆ ਆਪਾਂ ਕਰ ਰਹੇ ਹਾਂ। ਗੌੜੀ ਰਾਗ ਦੇ ਅੰਦਰ ਇਹ ਸੰਥਿਆ ਚੱਲ ਰਹੀ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਆਪਾਂ ਸੰਥਿਆ ਤੇ ਵਿਚਾਰ ਕਰ ਰਹੇ ਹਾਂ। 78 ਸ਼ਬਦ ਹੋ ਗਏ ਨੇ। 79ਵੇਂ ਸ਼ਬਦ ਤੋਂ ਅੱਜ ਆਪਾਂ ਆਰੰਭਤਾ ਕਰਨੀ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਾਰੀ ਸੰਗਤ ਦਾ ਧੰਨਵਾਦ। ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਧਰੀਏ ਤੇ ਪਾਵਨ ਬਾਣੀ ਦੀ ਸੰਥਿਆ ਆਰੰਭ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾਂ। अपने लोग को कीनो मीत सकल मनोरथ मुक्त पद दीत ऐसा मीत करो सब कोय जाते बिरथा कोई न होए रहाव अपने सुआए हृदय लै धारिया दुख दर्द रोग सगल बिदारिया रसना गीती बोलत राम पूर्ण होए सगले काम अनेक बार नानक बलिहारा सफल दर्शन गोबिंद हमारा। अपने लोग को कीनो मीत। सतगुरु जी कहते भाई ਮਨੁੱਖ ਭਾਵੇਂ ਆਪਣੇ ਲਾਲਚ ਕਰਕੇ ਮਿੱਤਰ ਬਣਾਉਂਦਾ ਹੈ। ਆਪਣੇ ਲੋਕ ਕੋ ਕੀਨਾ ਮੀਤ। ਆਪਣੇ ਲਾਲਚ ਕਰਕੇ ਮਨੁੱਖ ਮਿੱਤਰ ਬਣਾਉਂਦਾ ਹੈ। ਰੱਬ ਨੂੰ ਵੀ ਮਿੱਤਰ ਆਪਣੇ ਲਾਲਚ ਕਰਕੇ ਬਣਾਉਂਦਾ ਹੈ। ਸਗਲ ਮਨੋਰਥ ਮੁਕਤ ਪਾਦੀਤ। ਪਰ ਵਾਹਿਗੁਰੂ ਐਸਾ ਹੈ ਉਹ ਫਿਰ ਵੀ ਸਾਰੇ ਮਨੋਰਥ ਪੂਰੇ ਕਰ ਦਿੰਦਾ ਹੈ ਤੇ ਮੁਕਤੀ ਦੀ ਦਾਤ ਜਿਹੜੀ ਉਹ ਬਖਸ਼ਿਸ਼ ਕਰ ਦਿੰਦਾ। ਮੁਕਤ ਪਦ ਬਖਸ਼ਿਸ਼ ਕਰ ਦਿੰਦਾ। ਐਸਾ ਮੀਤ ਕਰੋ ਸਭ ਕੋਏ। ਸਤਿਗੁਰੂ ਕਹਿੰਦੇ ਇਹ ਮਨੁੱਖ ਇਹੋ ਜਿਹਾ ਮਿੱਤਰ ਬਣਾ। ਇਹੋ ਜਿਹਾ ਉਸ ਵਾਹਿਗੁਰੂ ਵਰਗਾ ਮੀਤ ਮਿੱਤਰ ਬਣਾ ਜਿਹੜਾ ਮੁਕਤੀ ਪਦ ਦਿੰਦਾ ਹੈ। ਐਸਾ ਮਿੱਤਰ ਬਣਾ ਤਾਂ ਤੇ ਬਿਰਥਾ ਕੋਈ ਨਾ ਹੋਏ। ਜਿਸ ਵਾਹਿਗੁਰੂ ਤੋਂ ਕਿਸੇ ਪ੍ਰਕਾਰ ਦਾ ਕੋਈ ਵੀ ਬਿਰਥਾ ਨਹੀਂ ਜਾਂਦਾ, ਕੋਈ ਵੀ ਜਿਹਦੇ ਦਰ ਤੋਂ ਖਾਲੀ ਨਹੀਂ ਜਾਂਦਾ, ਐਸੇ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਆਪਣੇ ਸਵਾਏ ਹਿਰਦੈ ਲੈ ਧਾਰਿਆ। ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਉਸ ਗੋਬਿੰਦ ਵਾਹਿਗੁਰੂ ਨੂੰ ਆਪਣੀ ਗਰਜ ਕਰਕੇ ਆਪਣੇ ਸਵਾਏ ਸਵਾਰਥ ਕਰਕੇ ਆਪਣੇ ਹਿਰਦੇ ਚ ਟਿਕਾਇਆ ਹੈ, ਆਪਣੇ ਸਵਾਏ ਲੈ ਹਿਰਦੈ ਲੈ ਧਾਰਿਆ। ਆਪਣੇ ਸਵਾਏ ਆਪਣੇ ਸਵਾਰਥ ਕਰਕੇ ਹਿਰਦੇ ਚ ਰੱਬ ਨੂੰ ਧਾਰਿਆ। ਦੁੱਖ ਰੋਗ ਸਗਲ ਦੁੱਖ ਦਰਦ ਰੋਗ ਸਗਲ ਵਿਦਾਰਿਆ। ਤੇ ਗੋਬਿੰਦ ਵਾਹਿਗੁਰੂ ਨੇ ਉਹਦੇ ਸਾਰੇ ਦੁੱਖ ਦਰਦ ਦੂਰ ਕਰ ਦਿੱਤੇ ਹਨ। ਭਾਵੇਂ ਕਿ ਮਨੁੱਖ ਆਪਣੇ ਸਵਾਰਥ ਵਾਸਤੇ ਰੱਬ ਨੂੰ ਕਿਉਂ ਨਾ ਹਿਰਦੇ ਚ ਵਸਾਵੇ। ਰਸਨਾ ਗੀਤੀ ਬੋਲਤ ਰਾਮ। ਸਤਿਗੁਰੂ ਕਹਿੰਦੇ ਜਿਸ ਮਨੁੱਖ ਦੀ ਜੀਭ ਉਸ ਵਾਹਿਗੁਰੂ ਦਾ ਗੋਬਿੰਦ ਦਾ ਨਾਮ ਜਿਹੜਾ ਹੈ ਉਹਦੇ ਉਚਾਰਨ ਦੀ ਤਾਂਘ ਕਰਦੀ ਹੈ। ਗੀਜੀ ਦਾ ਅਰਥ ਹੁੰਦਾ ਲਾਲਸਾ ਕਰਦੀ ਹੈ ਵਾਹਿਗੁਰੂ ਦੇ ਨਾਮ ਜਪਣ ਦੀ। ਪੂਰਨ ਹੋਏ ਸਗਲੇ ਕਾਮ। ਉਹਦੇ ਸਾਰੇ ਤਰ੍ਹਾਂ ਦੇ ਕੰਮ ਜਿਹੜੇ ਹਨ ਉਹ ਪੂਰੇ ਹੋ ਸਕਦੇ ਆ ਜਿਹਦੀ ਰਸਨਾ ਵਾਹਿਗੁਰੂ ਨੂੰ ਜਪਦੀ ਹੈ, ਜਿਹਦੀ ਰਸਨਾ ਉਸ ਅਕਾਲ ਪੁਰਖ ਨੂੰ ਜਪਦੀ ਹੈ। ਸਤਿਗੁਰ ਕਹਿੰਦੇ ਭਾਈ ਇਹਦੇ ਸਾਰੇ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਆ। ਅਨੇਕ ਬਾਰ ਨਾਨਕ ਬਲਿਹਾਰਾ। ਸਤਿਗੁਰ ਕਹਿੰਦੇ ਭਾਈ ਅਸੀਂ ਉਸ ਗੋਬਿੰਦ ਵਾਹਿਗੁਰੂ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ, ਬਲਿਹਾਰਨੇ ਜਾਂਦੇ ਹਾਂ। ਸਫਲ
दर्शन गोबिंद हमारा। सतगुरु कहते भाई साडा गोबिंद ऐसा है, वाहिगुरु ऐसा है जिते दर्शन करके सारे फल प्राप्त हो जाते। सफल दर्शन, सफल भाव सारे फल दर्शन दे नाल प्राप्त हो जाते हैं। किहदे? गोबिंद हमारा, साडे गोबिंद दे दर्शनां दे नाल जीवन सफल हो जाता है जो दे दर्शन कीते हैं। गौड़ी महला पंजवा। कोट बिघन हिरे खिण माहे, हर हर कथा साध संग सुनाहे। पीवत राम रस अमृत गुण जास, जप हर चरण मिटी खुद तास रहाओ। सर्व कल्याण सुख सहज निधान, जाके हृदय वसह भगवान। औखद मंत्र तंत सब सार, करने हार हृदय हर धार। करने हार हृदय मह धार, ताज सब भरम भजियो पार ब्रह्म। कहो नानक अटल एहो धर्म, कोट बिघन हिरे खिण माहे। सतगुरु कहते आ उन्हां मनुखां दे करोड़ां ही जिहड़े बिघन हन, पाप जिहड़े हन, एक खिण दे विच हिर ले जांदे आ, नाश हो जांदे आ, खत्म हो जांदे आ। हर हर कथा साध संग सुनाहे। महाराज कहते जिहड़े मनुख उस हरि वाहिगुरू दी सिफत सलाह, ਉਹਦੀ ਸਿਫਤ ਸਲਾਹ ਦੀ ਕਥਾ ਜਿਹੜੀ ਹੈ ਸਾਧ ਸੰਗਤ ਦੇ ਵਿੱਚ ਬੈਠ ਕੇ ਸੁਣਦੇ ਆ, ਉਹਨਾਂ ਦੇ ਕਰੋੜਾਂ ਵਿਘਨ ਹਿਰ ਲੈ ਜਾਂਦੇ ਆ, ਨਾਸ਼ ਹੋ ਜਾਂਦੇ ਆ, ਉਹਨਾਂ ਦੀਆਂ ਰੁਕਾਵਟਾਂ ਖਤਮ ਹੋ ਜਾਂਦੀਆਂ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ। ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਨੇ ਪੀਵਤ ਰਾਮ ਰਸ, ਰਾਮ ਦੇ ਰਸ ਨੂੰ, ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਤਾ ਹੈ, ਅੰਮ੍ਰਿਤ ਗੁਣ ਜਾਸ, ਅੰਮ੍ਰਿਤ ਗੁਣਾਂ ਦਾ ਜਸ ਕੀਤਾ ਹੈ, ਅੰਮ੍ਰਿਤ ਗੁਣ ਜਿਹੜੇ ਹਨ ਉਹ ਗਾਏ ਹਨ, ਆਤਮਿਕ ਜਸ ਜਿਨ੍ਹਾਂ ਨੇ ਗਾਇਆ ਹੈ ਵਾਹਿਗੁਰੂ ਦਾ। ਜਪ ਹਰ ਚਰਨ ਮਿਟੀ ਖੁਦ ਤਾਸ। ਸਤਿਗੁਰੂ ਕਹਿੰਦੇ ਭਾਈ ਉਹਨਾਂ ਨੇ ਹਰੀ ਦੇ ਚਰਨਾਂ ਨੂੰ ਜਪਿਆ, ਉਹਨਾਂ ਦੀ ਖੁਦੀ ਮਿਟ ਗਈ, ਉਹਨਾਂ ਦੀ ਤਾਸ, ਉਹਨਾਂ ਦੀ ਭੁੱਖ ਮਿਟ ਗਈ, ਮਾਇਆ ਦੀ ਤਾਸ ਭੁੱਖ ਜਿਹੜੀ ਉਹਨਾਂ ਦੀ ਮਿਟ ਗਈ। ਰਹਾਓ। ਸਰਬ ਕਲਿਆਣ ਸੁਖ ਸਹਿਜ ਨਿਧਾਨ। ਸਤਿਗੁਰੂ ਕਹਿੰਦੇ ਭਾਈ ਉਹਨਾਂ ਨੂੰ ਸਰਬ ਕਲਿਆਣ, ਸਾਰੇ ਹੀ ਜਿਹੜੇ ਹਨ ਸਰਬ ਕਲਿਆਣ, ਸਾਰੇ ਹੀ ਸੁੱਖ ਮਿਲ ਗਏ। ਸੁਖ ਸਹਿਜ ਨਿਧਾਨ, ਉਹਨਾਂ ਨੂੰ ਆਤਮਿਕ ਅਡੋਲਤਾ, ਆਤਮਿਕ ਆਨੰਦ ਪ੍ਰਾਪਤ ਹੋ ਗਿਆ। ਜਾ ਕੇ ਹਿਰਦੈ ਵਸੇ ਭਗਵਾਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਭਗਵਾਨ ਜੀ ਵਸ ਗਏ। ਔਖਦ ਮੰਤਰ ਤੰਤਰ ਸਭ ਸਾਰ। ਮਾਰੇ ਕਹਿੰਦੇ ਭਾਈ ਔਖਦ ਦਾ ਅਰਥ ਹੁੰਦਾ ਦਵਾਈਆਂ, ਮੰਤਰ ਦਾ ਅਰਥ ਹੁੰਦਾ ਹੈ ਸਾਧ ਸੰਗਤ, ਮੰਤਰ ਆਦਿਕ, ਤੰਤਰ ਟੂਣੇ ਆਦਿਕ ਸਭ ਸਾਰ, ਸਾਰੇ ਸੁਆਹ। ਮਾਰੇ ਕਹਿੰਦੇ ਨਾਮ ਦੇ ਬਰਾਬਰ ਇਹ ਜਿੰਨੇ ਵੀ ਦਵਾਈਆਂ, ਮੰਤਰ, ਟੂਣੇ, ਟੋਟਕੇ ਆਦਿਕ ਸਾਰੇ ਸੁਆਹ ਦੇ ਬਰਾਬਰ ਹਨ। ਕਰਨੇ ਹਾਰ ਰਿਦ ਮੈਂ ਧਾਰ। ਮਾਰੇ ਕਹਿੰਦੇ ਜਿਹਨੇ ਕਰਨੇ ਹਾਰ ਵਾਹਿਗੁਰੂ ਨੂੰ ਹਿਰਦੇ ਚ ਧਾਰਨ ਕਰ ਲਿਆ, ਉਹਦੇ ਵਾਸਤੇ ਇਹ ਸਾਰੇ ਮੰਤਰ ਤੰਤਰ ਆਦਿਕ ਜੋ ਵੀ ਕੁਛ ਹੈ ਉਹ ਸੁਆਹ ਦੇ ਬਰਾਬਰ ਹੈ। ਤਜ ਸਭ ਭਰਮ ਭਜਿਓ ਪਾਰ ਬ੍ਰਹਮ। ਮਹਾਰਾਜ ਕਹਿੰਦੇ ਭਾਈ ਇਹ ਭਰਮ ਛੱਡ ਦੇ ਤੇ ਪਰਮੇਸ਼ਰ ਵਾਹਿਗੁਰੂ ਨੂੰ, ਪਾਰ ਬ੍ਰਹਮ ਨੂੰ ਧਿਆਉਣਾ ਕਰ। ਭਜਿਓ, ਭਜਿਓ ਕਰ, ਭਜਿਓ ਦਾ ਅਰਥ ਹੁੰਦਾ ਭਜਨ ਕਰਨਾ, ਜਪਣਾ। ਸਾਰੇ ਤਰ੍ਹਾਂ ਦੇ ਸਤਿਗੁਰ ਕਹਿੰਦੇ ਆ ਭਾਈ ਭਰਮ ਖਤਮ ਕਰਕੇ ਉਸ ਪਾਰ ਬ੍ਰਹਮ ਪ੍ਰਭੂ ਦਾ ਭਜਨ ਕਰ। ਕਹੋ ਨਾਨਕ ਅਟਲ ਇਹੋ ਧਰਮ। ਇਹ ਜਿਹੜਾ ਹੈ ਅਸਲੀ ਧਰਮ ਹੈ, ਅਟਲ ਧਰਮ ਹੈ, ਜਿਹੜਾ ਕਦੀ ਟਲਣ ਵਾਲਾ ਨਹੀਂ, ਜਿਹੜਾ ਕਦੀ ਖਤਮ ਹੋਣ ਵਾਲਾ ਨਹੀਂ। ਉਸ ਵਾਹਿਗੁਰੂ ਦੇ ਭਜਨ ਦਾ ਜਿਹੜਾ ਧਰਮ ਹੈ ਉਹੀ ਅਸਲੀ ਧਰਮ ਹੈ। ਗੌੜੀ ਮਹੱਲਾ ਪੰਜਵਾਂ। ਕਰ ਕਿਰਪਾ ਭੇਟੇ ਗੁਰ ਸੋਈ, ਤਿਸ ਬਲ ਰੋਗ ਨ ਵਿਆਪੈ ਕੋਈ। ਰਾਮ ਰਮਣ ਤਰਨ ਪੈ ਸਾਗਰ, ਸਰਨ ਸੂਰ ਪਾਰੇ ਜਮ ਕਾਗਰ ਰਹਾਉ।
सतगुर मंत्र दियो हर नाम, ਇਹ ਆਸਰ ਪੂਰਨ ਪਏ ਕਾਮ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਭਏ ਸਹਾਈ। ਮਾਨ ਮੋਹ ਖੋਏ ਗੁਰ ਭਰਮਾ, ਦੇਖ ਨਾਨਕ ਪਸਰੇ ਪਾਰ ਬ੍ਰਹਮ। ਕਰ ਕਿਰਪਾ ਭੇਟੇ ਗੁਰ ਸੋਈ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਤੇ ਕਿਰਪਾ ਹੁੰਦੀ ਹੈ ਉਹਨਾਂ ਦੀ ਭੇਟ ਗੁਰੂ ਦੇ ਨਾਲ ਹੁੰਦੀ ਹੈ, ਉਹੀ ਗੁਰੂ ਨੂੰ ਮਿਲਦੇ ਆ, ਉਹੀ ਗੁਰੂ ਦੇ ਨਾਲ ਭੇਟਾ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਤੇ ਕਿਰਪਾ ਵਾਹਿਗੁਰੂ ਦੀ ਹੁੰਦੀ ਹੈ। ਚਿੱਤ ਬਲ ਰੋਗ ਨਾ ਵਿਆਪੇ ਕੋਈ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਆਦਿਕ ਨਹੀਂ ਵਿਆਪਦਾ, ਕਿਸੇ ਤਰ੍ਹਾਂ ਦਾ ਕੋਈ ਰੋਗ ਆਦਿਕ ਉਹਨਾਂ ਨੂੰ ਨਹੀਂ ਚਿੰਬੜਦਾ। ਚਿੱਤ ਬਲ ਕਿਸੇ ਪ੍ਰਕਾਰ ਦਾ ਕੋਈ ਬਲਾ ਆਦਿਕ ਆਤਮਿਕ ਬਲ ਜਿਹੜਾ ਹੈ ਉਹਦੇ ਨਾਲ ਕੋਈ ਰੋਗ ਜਿਹੜਾ ਉਹਨਾਂ ਤੇ ਵਿਆਪਦਾ ਨਹੀਂ, ਜਿਹਨਾਂ ਨੂੰ ਗੁਰੂ ਮਿਲ ਜਾਂਦਾ। ਰਾਮ ਰਮਨ ਤਰਨ ਪੈ ਸਾਗਰ। ਸਤਿਗੁਰੂ ਕਹਿੰਦੇ ਆ ਉਹ ਜਿਹੜਾ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਰਮਨਦਾਰ ਹੁੰਦਾ ਸਿਮਰਨਾ, ਤਰਨ ਪੈ ਸਾਗਰ, ਇਹ ਸੰਸਾਰ ਰੂਪੀ ਭਵ ਸਾਗਰ ਜਿਹੜਾ ਹੈ ਇਹ ਪਾਰ ਲੰਘ ਜਾਈਦਾ ਹੈ। ਸੰਸਾਰ ਰੂਪੀ ਭੈ ਦੇ ਸਾਗਰ ਤੋਂ, ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਮਨੁੱਖ। ਸੁਣ ਸਰਨ ਸੂਰ ਪਾਰੇ ਜਮ ਕਾਗਰ। ਸਤਿਗੁਰੂ ਕਹਿੰਦੇ ਆ ਜਦੋਂ ਮਨੁੱਖ ਸੂਰਮੇ ਗੁਰੂ ਦੇ ਕੋਲ ਆ ਜਾਂਦਾ ਹੈ, ਸਰਨ ਸੂਰ, ਸੂਰ ਦਾ ਅਰਥ ਸੂਰਮਾ, ਸੂਰਮਾ ਕੌਣ? ਗੁਰੂ। ਸ਼ਰਨ ਸੂਰ ਪਾਰੇ ਜਮ ਕਾਗਰ, ਤੇ ਸੂਰਮਾ ਗੁਰੂ ਕੀ ਕਰਦਾ ਹੈ? ਜਮਾਂ ਦੇ ਕਾਗਜ਼ ਪਾੜ ਦਿੰਦਾ ਹੈ, ਭਾਵ ਉਹ ਮੌਤ ਤੋਂ ਬਚਾ ਲੈਂਦਾ ਹੈ। ਗੁਰੂ ਐਸੀ ਕਿਰਪਾ ਕਰਦਾ ਰਿਹਾ। ਗੁਰੂ ਬੜਾ ਵੱਡਾ ਸੂਰਮਾ ਹੈ। ਸਤਿਗੁਰ ਮੰਤਰ ਦਿਓ ਹਰ ਨਾਮ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਕਹਿੰਦੇ ਭਾਈ ਸਤਿਗੁਰੂ ਨੇ ਮੰਤਰ ਦਿੱਤਾ ਹੈ ਹਰੀ ਨਾਮ ਦਾ, ਇਹ ਆਸਰ ਪੂਰਨ ਪੈ ਕਾਮ। ਇਹ ਆਸਰ, ਇਸ ਆਸਰੇ ਦੇ ਨਾਲ ਪੂਰਨ ਪਏ ਕਾਮ, ਸਾਰੇ ਦੇ ਸਾਰੇ ਜਿਹੜੇ ਕੰਮ ਆ ਉਹ ਪੂਰਨ ਹੋ ਗਏ ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਨਾਮ ਦਾ ਮੰਤਰ ਦਿੱਤਾ। ਜਪ ਤਪ ਸੰਜਮ ਪੂਰੀ ਵਡਿਆਈ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਭਏ ਹਰ ਸਾਈ। ਜਪ ਵੀ ਪ੍ਰਾਪਤ ਹੋ ਗਿਆ, ਤਪ ਸੰਜਮ ਵਡਿਆਈ ਵੀ ਪੂਰੀ ਪ੍ਰਾਪਤ ਹੋ ਗਈ ਜਦੋਂ ਗੁਰ ਕਿਰਪਾਲ ਭਏ ਸਹਾਈ। ਜਦੋਂ ਗੁਰੂ ਕਿਰਪਾ ਦਾ ਘਰ, ਕਿਰਪਾ ਦਾ ਸੋਮਾ ਗੁਰੂ ਜਦੋਂ ਪ੍ਰਾਪਤ ਹੋਇਆ, ਸਹਾਈ ਹੋ ਗਿਆ ਜਦੋਂ ਗੁਰੂ। ਮਾਨ ਮੋਹ ਖੋਏ ਗੁਰ ਭਰਮ। ਸਤਿਗੁਰ ਕਹਿੰਦੇ ਭਾਈ ਜੀਵਨ ਦੇ ਵਿੱਚੋਂ ਮਾਣ ਖਤਮ ਹੋ ਗਿਆ, ਹੰਕਾਰ ਖਤਮ ਹੋ ਗਿਆ, ਮੋਹ ਖਤਮ ਹੋ ਗਿਆ। ਇਹ ਸਾਰਾ ਕੁਝ ਗੁਰੂ ਨੇ ਭਰਮ ਆਦਿਕ ਨਾਸ਼ ਕਰ ਦਿੱਤਾ। ਵੇਖ ਨਾਨਕ ਪਸਰੇ ਪਾਰ ਬ੍ਰਹਮ। ਸਤਿਗੁਰ ਕਹਿੰਦੇ ਫਿਰ ਦੇਖਦੇ ਹਾਂ ਹਰ ਪਾਸੇ ਪਾਰ ਬ੍ਰਹਮ ਪਰਿਪੂਰਨ ਪਰਮੇਸ਼ਰ ਹੀ ਪਸਰਿਆ ਹੋਇਆ ਨਜ਼ਰ ਆਉਂਦਾ ਹੈ ਜਦੋਂ ਗੁਰੂ ਮਾਣ ਮੋਹ ਖਤਮ ਕਰ ਦਿੰਦਾ ਹੈ ਹਿਰਦੇ ਚੋਂ। ਗੌੜੀ ਮਹੱਲਾ ਪੰਜਵਾਂ। ਵਿਖੇ ਰਾਜ ਤੇ ਅੰਦੁਲਾ ਭਾਰੀ, ਦੁਖ ਲਾਗੇ ਰਾਮ ਨਾਮ ਚਿਤਾਰੀ। ਤੇਰੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾਓ। ਰੋਗ ਗ੍ਰਸਤ ਚਿਤਾਰੇ ਨਾਉ, ਬਿਖ ਮਾਤੇ ਕਾ ਠੌਰ ਨ ਠਾਓ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੇ ਚੀਤ। ਸਦਾ ਸਦਾ ਸਿਮਰਉ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰ ਜਾਮੀ। ਵਿਖੇ ਰਾਜ ਤੇ ਅੰਦੁਲਾ ਭਾਰੀ। ਸਤਿਗੁਰ ਕਹਿੰਦੇ ਭਾਈ ਵਿਖੇ ਰਾਜ ਜਿਹੜੇ ਵਿਸ਼ਿਆਂ ਵਿਕਾਰਾਂ ਦਾ ਪ੍ਰਭਾਵ ਹੁੰਦਾ ਹੈ, ਵਿਸ਼ਿਆਂ ਵਿਕਾਰਾਂ ਦੇ ਜਿਹੜਾ ਜ਼ਹਿਰ ਦਾ ਰਾਜ ਹੈ। ਸਤਿਗੁਰ ਕਹਿੰਦੇ ਆ ਮਨੁੱਖ ਵਿਸ਼ਿਆਂ ਵਿਕਾਰਾਂ ਦੇ ਵਿੱਚ ਅੰਨਾ ਹੋ ਜਾਂਦਾ ਹੈ ਤੇ ਫਿਰ ਇੰਨਾ ਅੰਨਾ ਹੋ ਜਾਂਦਾ ਰੱਬ ਨੂੰ ਭੁੱਲ ਹੀ ਜਾਂਦਾ। ਦੁੱਖ ਲਾਗੇ ਰਾਮ ਨਾਮ ਚਿਤਾਰੀ, ਫਿਰ ਦੁੱਖ ਵਿਆਪਦੇ ਆ ਜਦੋਂ ਰਾਮ ਵਾਹਿਗੁਰੂ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ। ਫਿਰ ਸਤਿਗੁਰ ਕਹਿੰਦੇ ਦੁੱਖ ਵਿਆਪਦੇ। ਤੇਰੇ ਦਾਸ ਕੋ ਤੁਹੀਂ ਵਡਿਆਈ। ਇਹ ਵਾਹਿਗੁਰੂ ਜਿਹੜੇ ਤੇਰੇ ਦਾਸ ਹਨ
ਉਹਨਾਂ ਨੂੰ ਵਡਿਆਈ ਤੂੰ ਹੀ ਦੇਣ ਵਾਲਾ, ਤੂੰ ਹੀ ਇੱਜ਼ਤ ਦੇਣਾ ਹੈ ਉਹਨਾਂ ਨੂੰ। ਮਾਇਆ ਮਗਨ ਨਰਕ ਲੈ ਜਾਈ, ਪਰ ਜਿਹੜੇ ਮਾਇਆ ਦੇ ਵਿੱਚ ਮਗਨ ਹਨ ਉਹ ਨਰਕਾਂ ਨੂੰ ਲੈ ਜਾਂਦਾ ਹੈ, ਉਹਨਾਂ ਨੂੰ ਨਰਕਾਂ 'ਚ ਸੁੱਟਦਾ ਹੈ, ਉਹਨਾਂ ਨੂੰ ਸਦਾ ਨਰਕਾਂ 'ਚ ਪਾਈ ਰੱਖਦਾ ਹੈ। ਪਰ ਦਾਸਾਂ ਦੀ ਵਡਿਆਈ ਦਰਗਾਹ ਦੇ ਵਿੱਚ ਕਰਾਉਣਾ। ਰਹਾਓ। ਰੋਗ ਵਿਰਸਤ ਚਿਤਾਰੇ ਨਾਉ। ਸਤਿਗੁਰ ਕਹਿੰਦੇ ਭਾਈ ਰੋਗਾਂ ਦੇ ਵਿੱਚ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ। ਰੋਗ ਗਿਰਸਤ ਦਾ ਅਰਥ ਇੱਥੇ ਹੈ ਘਿਰਿਆ ਹੋਇਆ। ਰੋਗ ਗਿਰਸਤ ਚਿਤਾਰੇ ਨਾਉ। ਰੋਗਾਂ ਦਾ ਘਿਰਿਆ ਹੋਇਆ ਰੱਬ ਨੂੰ ਚੇਤੇ ਕਰਦਾ ਹੈ, ਨਾਮ ਨੂੰ ਯਾਦ ਕਰਦਾ ਹੈ। ਰੋਗ ਗਿਰਸਤ ਚਿਤਾਰੇ ਨਾਉ। ਰੋਗਾਂ ਦਾ ਘਿਰਿਆ ਹੋਇਆ ਮਨੁੱਖ ਪਰਮੇਸ਼ਰ ਵਾਹਿਗੁਰੂ ਦਾ ਨਾਮ ਚਿਤਾਰਦਾ ਹੈ, ਜਪਦਾ ਹੈ। ਬਿਖ ਮਾਤੇ ਕਾ ਠੌਰ ਨਾ ਠਾਓ। ਸਤਿਗੁਰ ਕਹਿੰਦੇ ਭਾਈ ਬਿਖ ਵਿਕਾਰਾਂ ਦਾ ਜਿਹੜਾ ਜ਼ਹਿਰ ਹੈ ਉਹਦੇ ਵਿੱਚ ਮੱਤਿਆ ਹੋਇਆ, ਇਹਦਾ ਠੌਰ ਕੋਈ ਠਾਓ ਕਿਤੇ ਵੀ ਇਹਨੂੰ ਟਿਕਾ ਨਹੀਂ ਲੱਭਦਾ ਕਿ ਜਿੱਥੇ ਟਿਕ ਜਾਵੇ, ਇਸ ਕਰਕੇ ਵਿਕਾਰਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ। ਪਰ ਜਦੋਂ ਉਹਦੇ ਵਾਹਿਗੁਰੂ ਦੇ ਚਰਨ ਕਮਲਾਂ ਨਾਲ, ਜਦੋਂ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਬਣ ਜਾਂਦੀ ਹੈ, ਆਣ ਸੁੱਖਾਂ ਨਹੀਂ ਆਵੇ ਚੀਜ਼, ਫਿਰ ਹੋਰ ਤਰ੍ਹਾਂ ਦੇ ਜਿਹੜੇ ਸੰਸਾਰੀ ਸੁੱਖਾਂ ਨੂੰ ਖਤਮ ਹੋ ਜਾਂਦੇ ਆ, ਉਹ ਫਿਰ ਚੇਤੇ ਨਹੀਂ ਆਉਂਦੇ। ਸਦਾ ਸਦਾ ਸਿਮਰੋ ਪ੍ਰਭ ਸੁਆਮੀ। ਮਹਾਰਾਜ ਕਹਿੰਦੇ ਭਾਈ ਇਸ ਕਰਕੇ ਸਦਾ ਸਦਾ ਸੁਆਮੀ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਹੈ, ਉਸ ਅਕਾਲ ਪੁਰਖ ਨੂੰ ਯਾਦ ਕਰਨਾ ਚਾਹੀਦਾ ਹੈ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰ ਜਾਮੀ। ਸਤਿਗੁਰ ਕਹਿੰਦੇ ਭਾਈ ਜਿਹੜੇ ਯਾਦ ਕਰਦੇ ਆ, ਸਿਮਰਦੇ ਆ, ਉਹਨਾਂ ਨੂੰ ਅੰਤਰਜਾਮੀ ਹਰੀ ਵਾਹਿਗੁਰੂ ਆਣ ਕੇ ਆਪ ਮਿਲ ਪੈਂਦਾ, ਫਿਰ ਉਹ ਵਾਹਿਗੁਰੂ ਦੇ ਅੰਗ ਸੰਗ ਹੋ ਜਾਂਦੇ ਹਨ। ਗੌੜੀ ਮਹੱਲਾ ਪੰਜਵਾਂ। ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਏ ਨਿਵਾਰੇ। ਐਸਾ ਹਰ ਰਸ ਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਭ ਸੋਏ। ਰਹਾਓ। ਮਹਾ ਤਪਤ ਸਾਗਰ ਸੰਸਾਰ, ਪ੍ਰਭ ਕਿਨ ਮੈਂ ਪਾਰ ਉਤਾਰਨ ਹਾਰ। ਅਨਿਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਕਤ ਫਲ ਪਾਹੇ। ਉਕਤ ਸਿਆਣਪ ਇਸ ਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਆਠ ਪਹਿਰ ਸੰਗੀ ਬਟਵਾਰੇ। ਮਾਰੇ ਕਹਿੰਦੇ 8 ਪਹਿਰ ਜਿਹੜੇ 5 ਵਿਕਾਰ ਹਨ ਉਹ ਡਾਕੂਆਂ ਦੀ ਤਰ੍ਹਾਂ ਆਤਮਿਕ ਜੀਵਨ ਲੁੱਟਦੇ ਪਏ ਆ, ਸੰਗੀ ਸੰਗ ਰਹਿੰਦੇ ਆ। ਬਟਵਾਰੇ ਦਾ ਅਰਥ ਹੁੰਦਾ ਡਾਕੂ, ਇਹ ਡਾਕੂ ਨਾਲ ਰਹਿੰਦੇ ਆ, 8 ਪਹਿਰ ਲੁੱਟਦੇ ਨੇ ਜੀਵ ਨੂੰ। ਕਰ ਕਿਰਪਾ ਪ੍ਰਭ ਲਏ ਨਿਵਾਰੇ। ਪਰ ਜਦੋਂ ਪ੍ਰਭੂ ਨੇ ਕਿਰਪਾ ਕੀਤੀ ਤੇ ਉਸ ਅਕਾਲ ਪੁਰਖ ਨੇ ਕਿਰਪਾ ਕਰਕੇ ਬਚਾ ਲਿਆ, ਨਿਵਾਰ ਲਿਆ, ਨਿਵਾਰ ਦਿੱਤੇ, ਨਾਸ਼ ਕਰ ਦਿੱਤੇ ਇਹ 5 ਵਿਕਾਰ। ਐਸਾ ਹਰ ਰਸ ਰਮੋ ਸਭ ਕੋਏ। ਮਹਾਰਾਜ ਕਹਿੰਦੇ ਭਾਈ ਐਸੇ ਹਰੀ ਨਾਮ ਦੇ ਰਸ ਦੇ ਵਿੱਚ ਰਮ ਜਾਓ, ਉਸ ਵਾਹਿਗੁਰੂ ਨੂੰ ਯਾਦ ਕਰੋ। ਸਰਬ ਕਲਾ ਪੂਰਨ ਪ੍ਰਭ ਸੋਏ। ਜਿਹੜਾ ਵਾਹਿਗੁਰੂ ਸਾਰੀਆਂ ਕਲਾ ਦਾ ਮਾਲਕ ਹੈ, ਪੂਰਨ ਹੈ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ। ਸਰਬ ਕਲਾ ਪੂਰਨ ਪ੍ਰਭ ਸੋਏ। ਜਿਹੜਾ ਪੂਰਨ ਹੈ, ਸਾਰੀਆਂ ਕਲਾ ਦਾ ਮਾਲਕ ਹੈ, ਐਸਾ ਤਾਕਤਵਰ ਹੈ ਪ੍ਰਭੂ। ਰਹਾਓ। ਵਿਸ਼ਰਾਮ ਦੇ ਕੇ ਮਾਰੇ ਕਹਿੰਦੇ ਮਹਾ ਤਪਤ ਸਾਗਰ ਸੰਸਾਰ। ਸਤਿਗੁਰ ਕਹਿੰਦੇ ਜਿਹੜਾ ਸੰਸਾਰ ਸਾਗਰ ਹੈ ਇਹ ਬੜਾ ਤਪਿਆ ਹੋਇਆ ਹੈ, ਗਰਮ ਹੈ,
ਮਹਾਂ ਤਪਤ ਵਿਕਾਰਾਂ ਦੀ ਅੱਗ ਦੇ ਨਾਲ ਤਪਿਆ ਪਿਆ ਹੈ। ਪ੍ਰਭ ਖਿਨਮੈ ਪਾਰ ਉਤਾਰਨ ਹਾਰ। ਪ੍ਰਭੂ ਵਾਹਿਗੁਰੂ ਐਸਾ ਹੈ ਜਿਹੜਾ ਉਹਨੂੰ ਧਿਆਉਂਦਾ ਖਿਣ ਦੇ ਵਿੱਚ ਉਹਦਾ ਪਾਰ ਉਤਾਰਾ ਕਰਨ ਹਾਰ ਹੈ। ਇਸ ਸਾਗਰ ਸੰਸਾਰ ਤੋਂ ਬਚਾ ਲੈਂਦਾ ਹੈ ਵਾਹਿਗੁਰੂ। ਅਨੇਕ ਬੰਧਨ ਤੋਰੇ ਨਹੀਂ ਜਾਹੇ। ਸਤਿਗੁਰ ਕਹਿੰਦੇ ਬੜੇ ਬੰਧਨ ਪਏ ਆ ਮਨੁੱਖ ਨੂੰ, ਜਿਹੜੇ ਤੋੜੇ ਨਹੀਂ ਜਾ ਸਕਦੇ। ਸਿਮਰਤ ਨਾਮ ਮੁਕਤ ਫਲ ਪਾਹੇ। ਜੇ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰੇ ਤੇ ਮੁਕਤੀ ਦਾ ਫਲ ਮਨੁੱਖ ਪਾ ਸਕਦਾ, ਮੁਕਤ ਹੋ ਸਕਦਾ ਇਹਨਾਂ ਬੰਧਨਾਂ ਤੋਂ। ਉਕਤ ਸਿਆਣਪ ਇਸ ਤੇ ਕਛ ਨਾਹੀਂ। ਸਤਿਗੁਰ ਕਹਿੰਦੇ ਭਾਈ ਉਕਤ ਸਿਆਣਪ ਇਸ ਤੇ ਕਛ ਨਾਹੀਂ। ਦਲੀਲ ਦੇ ਨਾਲ, ਚਤਰਾਈ ਦੇ ਨਾਲ ਸਤਿਗੁਰ ਕਹਿੰਦੇ ਜੀਵ ਜਿਹੜਾ ਇਹਨਾਂ ਵਿਕਾਰਾਂ ਤੋਂ ਨਹੀਂ ਬਚ ਸਕਦਾ। ਉਕਤ ਦਾ ਅਰਥ ਹੁੰਦਾ ਹੈ ਦਲੀਲ ਯੁਕਤ ਨਾਲ, ਆਪਣੇ ਤਰੀਕੇ ਦੇ ਨਾਲ, ਆਪਣੀ ਸਿਆਣਪ ਚਤਰਾਈ ਦੇ ਨਾਲ। ਇਸ ਤੇ ਕਛ ਨਾਹੀਂ, ਇਹਨਾਂ ਤੋਂ ਨਹੀਂ ਬਚ ਸਕਦਾ, ਇਹਨਾਂ ਤੋਂ ਕੁਛ ਨਹੀਂ ਹੋ ਸਕਦਾ। ਕਰ ਕਿਰਪਾ ਨਾਨਕ ਗੁਣ ਗਾਏ। ਇਸ ਕਰਕੇ ਕਿਰਪਾ, ਵਾਹਿਗੁਰੂ ਦੀ ਕਿਰਪਾ ਨਾਲ ਇਹ ਮਨੁੱਖ ਉਸ ਵਾਹਿਗੁਰੂ ਦੇ ਜੇ ਗੁਣ ਗਾਵੇ ਤੇ ਇਹਦਾ ਕੁਛ ਬਣ ਸਕਦਾ ਹੈ, ਇਹ ਵਿਕਾਰ ਨਾਸ਼ ਹੋ ਸਕਦੇ ਹਨ। ਗੌੜੀ ਮਹੱਲਾ ਪੰਜਵਾਂ। ਥਾਤੀ ਪਾਈ ਹਰਿ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕਾਮ। ਵਡਭਾਗੀ ਹਰਿ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਉ। ਹਰਿ ਕੀ ਚਰਨ ਹਿਰਦੈ ਉਰ ਧਾਰ, ਭਵ ਸਾਗਰ ਚੜ੍ਹ ਉਤਰਹਿ ਪਾਰ। ਸਾਧੂ ਸੰਗ ਕਰਹੁ ਸਭ ਕੋਇ, ਸਦਾ ਕਲਿਆਣ ਫਿਰ ਦੁਖ ਨ ਹੋਏ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਹਿ ਪਾਈਐ ਮਾਨ। ਇਹ ਪਾਵਨ ਸ਼ਬਦ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਤੂੰ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਧਨ ਦੀ ਥੈਲੀ ਹਾਸਲ ਕਰ ਲਈ ਹੈ, ਵਿਚਰ ਸੰਸਾਰ ਪੂਰਨ ਸਭ ਕਾਮ, ਤਾਂ ਤੂੰ ਸੰਸਾਰ ਦੇ ਕਾਰ ਵਿਹਾਰਾਂ ਵਿੱਚ, ਜਿਹੜੇ ਤੂੰ ਸੰਸਾਰ ਦੇ ਵਿੱਚ ਕਾਰ ਵਿਹਾਰ ਕਰ ਰਿਹਾ ਹੈ, ਫਿਰ ਉਹ ਕਾਰ ਵਿਹਾਰਾਂ ਵਿੱਚ ਨਿਸੰਗ ਹੋ ਕੇ ਤੁਰ ਫਿਰ। ਭਾਵ ਉਹ ਜਿਹੜਾ ਤੇਰਾ ਕਰਮ ਹੈ, ਜੋ ਵੀ ਕਾਰ ਕਰ ਰਿਹਾ ਹੈ, ਉਹ ਕਿਸੇ ਸੰਗ ਤੋਂ ਬਗੈਰ ਨਿਸੰਗ ਹੋ ਕੇ ਉਸ ਕਾਰ ਵਿਹਾਰ ਵਿੱਚ ਲੱਗ। ਤੇਰੇ ਸਾਰੇ ਕੰਮ ਜਿਹੜੇ ਨੇ ਉਹ ਸਿਰੇ ਚੜ ਜਾਣਗੇ। ਪੂਰਨ ਸਭ ਕਾਮ, ਜਿੰਨੇ ਵੀ ਤੇਰੇ ਕਾਰਜ ਨੇ ਉਹ ਸਾਰੇ ਪੂਰੇ ਹੋ ਜਾਣਗੇ, ਸਿਰੇ ਚੜ ਜਾਣਗੇ। ਵਡਭਾਗੀ ਹਰਿ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ। ਸਤਿਗੁਰੂ ਜੀ ਇਸ ਰਹਾਉ ਵਾਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਜਿਹੜਾ ਉਹ ਗਾਇਆ ਜਾ ਸਕਦਾ ਹੈ। ਵਡਭਾਗੀ ਹਰਿ ਕੀਰਤਨ ਗਾਈਐ, ਉਹਦੀ ਜਿਹੜੀ ਕੀਰਤੀ ਹੈ, ਉਹਦੀ ਜਿਹੜੀ ਸਿਫਤ ਸਲਾਹ ਹੈ, ਉਹ ਵੱਡੇ ਭਾਗਾਂ ਦੇ ਨਾਲ ਹੀ ਕੀਤੀ ਜਾ ਸਕਦੀ ਹੈ। ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ। ਇਹ ਪਾਰ ਬ੍ਰਹਮ ਪ੍ਰਭੂ, ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇਵੇਂ, ਤਾਂ ਹੀ ਸਾਨੂੰ ਇਹ ਜਿਹੜੀ ਹੈ ਦਾਤ ਮਿਲ ਸਕਦੀ ਹੈ। ਹਰਿ ਕੀ ਚਰਨ ਹਿਰਦੈ ਉਰ ਧਾਰ। ਇਹ ਭਾਈ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ, ਦਿਲ ਵਿੱਚ ਟਿਕਾਈ ਰੱਖ। ਭਵ ਸਾਗਰ ਚੜ੍ਹ ਉਤਰੇ ਪਾਰ। ਇਹ ਜਿਹੜਾ ਸੰਸਾਰ ਸਮੁੰਦਰ ਹੈ, ਭਾਵ ਸਾਗਰ ਭਾਵ ਸੰਸਾਰ ਸਮੁੰਦਰ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪ੍ਰਭੂ ਚਰਨ ਰੂਪ ਜਹਾਜ਼ ਉੱਤੇ ਚੜ੍ਹ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਂਗਾ। ਭਾਵ ਸਾਗਰ ਚੜ੍ਹ ਉਤਰੇ ਪਾਰ। ਜੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਉਤਰਨਾ ਹੈ, ਨਿਕਲਣਾ ਹੈ, ਤੇ ਗੁਰੂ ਰੂਪ ਪ੍ਰਭੂ ਦੇ ਚਰਨ ਰੂਪ ਜਹਾਜ਼ ਉੱਤੇ ਚੜ੍ਹ ਜਾ ਤੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਗਾ। ਸਾਧੂ ਸੰਗ ਕਰੋ ਸਭ ਕੋਏ। ਇੱਥੇ ਜੋ ਸ਼ਬਦ ਆਇਆ ਹੈ ਸਾਧੂ, ਭਾਵ ਗੁਰੂ ਦੀ ਸੰਗਤ। ਸਾਧੂ ਸੰਗ, ਗੁਰੂ ਦੀ ਸੰਗਤ। ਇਹ ਭਾਈ ਹਰੇਕ ਪ੍ਰਾਣੀ ਨੂੰ, ਸਭ ਕੋਈ, ਹਰੇਕ ਮਨੁੱਖ ਨੂੰ ਜਿਹੜਾ ਵਾ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਇਸ ਕਰਕੇ ਗੁਰੂ ਸਾਹਿਬ
ਬਖਸ਼ਿਸ਼ ਕਰਦੇ ਨੇ ਕਿ ਹਰੇਕ ਪ੍ਰਾਣੀ ਗੁਰੂ ਦੀ ਸੰਗਤ ਕਰੇ, ਸਦਾ ਕਲਿਆਣ ਫਿਰ ਦੁੱਖ ਨਾ ਆਏ। ਫਿਰ ਉਹਦੀ ਕਲਿਆਣ ਭਾਵ ਉਹਨੂੰ ਸੁੱਖ ਮਿਲ ਜਾਂਦਾ ਹੈ। ਕਲਿਆਣ ਦਾ ਭਾਵ ਅਰਥ ਹੈ ਸੁੱਖ। ਗੁਰੂ ਦੀ ਸੰਗਤ ਵਿੱਚ ਰਿਹਾ ਸਦਾ ਸੁੱਖ ਹੀ ਸੁੱਖ ਹੋਣਗੇ, ਮੁੜ ਕੇ ਕੋਈ ਦੁੱਖ ਫਿਰ ਉਸ ਨੂੰ ਜ਼ਿੰਦਗੀ ਵਿੱਚ ਪਏਗਾ ਨਹੀਂ। ਪ੍ਰੇਮ ਭਗਤ ਭਜ ਗੁਣੀ ਨਿਧਾਨ। ਇਹ ਭਾਈ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਭਾਵ ਪ੍ਰਮਾਤਮਾ, ਉਹਦਾ ਪ੍ਰੇਮ ਵਿੱਚ ਭਿੱਜ ਕੇ ਉਹਦੀ ਭਗਤੀ ਕਰ, ਉਹਦੇ ਗੁਣਾਂ ਨੂੰ ਗਾ। ਨਾਨਕ ਦਰਗਹਿ ਪਾਈਐ ਮਾਨ। ਇਸ ਤਰ੍ਹਾਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਣ ਮਿਲਦਾ ਹੈ। ਹੁਣ ਸਤਿਗੁਰੂ ਜੀ ਦਾ ਅਗਲਾ ਪਾਵਨ ਸ਼ਬਦ ਹੈ ਗੌੜੀ ਮਹੱਲਾ ਪੰਜਵਾਂ। ਜਲ ਥਲ ਮਹੀਅਲ ਪੂਰਨ ਹਰ ਮੀਤ, ਭ੍ਰਮ ਬਿਨ ਸੇ ਗਾਏ ਗੁਣ ਨੀਤ। ਊਠਤ ਸੋਵਤ ਹਰ ਸੰਗ ਪਹਿਰੂਆ, ਜਾ ਕੇ ਸਿਮਰਨ ਜਮ ਨਹੀਂ ਡਰੂਆ। ਰਹਾਉ। ਚਰਨ ਕਮਲ ਪ੍ਰਭ ਹਿਰਦੈ ਨਿਵਾਸ, ਸਗਲ ਦੁਖ ਕਾ ਹੋਇਆ ਨਾਸ। ਆਸਾ ਮਾਨ ਤਾਣ ਧਨ ਏਕ, ਸਾਚੇ ਸਾਹ ਕੀ ਮਨ ਮਹਿ ਟੇਕ। ਮਹਾਂ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਇਹ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੇ ਮਿੱਤਰ, ਜਿਹੜਾ ਪ੍ਰਭੂ ਮਿੱਤਰ ਜਲ ਵਿੱਚ, ਧਰਤੀ ਵਿੱਚ ਤੇ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ, ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਜਿਹੜੀ ਭਟਕਣਾ ਹੈ ਉਹ ਨਾਸ ਹੋ ਜਾਂਦੀ ਹੈ। ਜਿਹੜਾ ਪ੍ਰਭੂ ਸਾਡਾ ਮਿੱਤਰ ਹੈ ਤੇ ਜਲ ਥਲ ਮਹੀਅਲ ਭਾਵ ਜਲ ਵਿੱਚ, ਧਰਤੀ ਉੱਤੇ ਤੇ ਆਕਾਸ਼ ਵਿੱਚ ਹਰ ਥਾਂ ਉਹ ਮੌਜੂਦ ਹੈ, ਪੂਰਨ ਹੈ। ਉਹਦੇ ਸਿਮਰਨ ਕੀਤਿਆਂ ਜਿਹੜੇ ਨੇ ਸਾਰੇ ਭਰਮ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਕਿਸ ਤਰ੍ਹਾਂ ਉਹਦੇ ਗੀਤ ਗਾਇਆ, ਉਹਦੇ ਗੁਣ ਗਾਇਆ। ਊਠਤ ਸੋਵਤ ਹਰ ਸੰਗ ਪਹਿਰੂਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪ੍ਰਮਾਤਮਾ ਜਿਹੜਾ ਹੈ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਉਹਦਾ ਰਾਖਾ ਹੈ। ਜਾ ਕੇ ਸਿਮਰਨ ਜਮ ਨਹੀਂ ਡਰੂਆ। ਜਿਸ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ, ਭਾਵ ਆਤਮਿਕ ਮੌਤ ਦੇ ਨੇੜੇ ਨਹੀਂ ਢੁੱਕਦੀ ਫਿਰ ਉਹਦੇ ਆਣ ਕੇ। ਚਰਨ ਕਮਲ ਪ੍ਰਭ ਹਿਰਦੈ ਨਿਵਾਸ। ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਹੋ ਜਾਂਦਾ ਹੈ, ਸਗਲ ਦੁੱਖ ਕਾ ਹੋਇਆ ਨਾਸ। ਭਾਈ ਉਹਦੇ ਸਾਰੇ ਜਿਹੜੇ ਦੁੱਖ ਨੇ ਉਹ ਨਾਸ ਹੋ ਜਾਂਦੇ ਹਨ। ਆਸਾ ਮਾਨ ਤਾਣ ਧਨ ਏਕ। ਇਹ ਭਾਈ ਉਹ ਪ੍ਰਮਾਤਮਾ ਜਿਹੜਾ ਇੱਕ ਹੈ, ਜਿਹਦਾ ਨਾਮ ਇੱਕ ਹੈ, ਫਿਰ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ। ਪ੍ਰਭੂ ਦਾ ਨਾਮ ਹੀ ਉਸ ਦਾ ਜਿਹੜਾ ਵਾ ਮਾਣ ਤੇ ਤਾਣ ਬਣ ਜਾਂਦਾ ਹੈ, ਤੇ ਉਹ ਮਨੁੱਖ ਫਿਰ ਉਹਦਾ ਨਾਮ ਜਪ ਕੇ ਧੰਨ ਹੋ ਜਾਂਦਾ ਹੈ। ਸਾਚੇ ਸਾਹ ਕੀ ਮਨ ਮਹਿ ਟੇਕ। ਉਸ ਮਨੁੱਖ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ, ਜੋ ਸਾਰਿਆਂ ਦਾ ਸ਼ਾਹ ਹੈ, ਸਾਰਿਆਂ ਨੂੰ ਸਹਾਰਾ ਦੇਣ ਵਾਲਾ ਹੈ, ਆਸਰਾ ਦੇਣ ਵਾਲਾ ਹੈ, ਭਾਈ ਉਸ ਦੇ ਮਨ ਵਿੱਚ ਸਦਾ ਫਿਰ ਉਹਦਾ ਹੀ ਸਹਾਰਾ ਹੁੰਦਾ ਹੈ। ਮਹਾਂ ਗਰੀਬ ਜਨ ਸਾਧ ਅਨਾਥ। ਜਿਹੜੇ ਇਸ ਧਰਤੀ ਦੇ ਉੱਤੇ ਮਨੁੱਖ ਗਰੀਬ ਨੇ, ਅਨਾਥ ਨੇ, ਗੁਰੂ ਦੇ ਸਨਮੁਖ ਹੋ ਕੇ ਉਹ ਮਨੁੱਖ ਜਿਹੜੇ ਨੇ ਫਿਰ ਉਹਦੇ ਸੇਵਕ ਬਣ ਜਾਂਦੇ ਨੇ, ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ। ਨਾਨਕ ਪ੍ਰਭ ਰਾਖੇ ਦੇ ਹਾਥ। ਪਰਮਾਤਮਾ ਨੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਹੱਥ ਧੋ ਕੇ ਰੱਖ ਲਿਆ। ਗੌੜੀ ਮਹੱਲਾ ਪੰਜਵਾਂ।
ਹਰ ਜਨ ਨਾਮ ਭਜਨ ਕਰ ਸੂਚੇ। ਕੋਟ ਗ੍ਰਹਣ ਪੁਨ ਫਲ ਮੂਚੇ ਰਹਾਉ। ਹਰ ਕੇ ਚਰਨ ਹਿਰਦੇ ਮੈਂ ਬਸੇ ਜਨਮ ਜਨਮ ਕੇ ਕਿਲ ਬਿਖ ਨਸੇ। ਸਾਧ ਸੰਕੀਰਤਨ ਫਲ ਪਾਇਆ ਜਮ ਕਾ ਮਾਰਗ ਦੁਸ਼ਟ ਨ ਆਇਆ। ਮਨ ਬਚ ਕਰਮ ਗੋਵਿੰਦ ਆਧਾਰ ਤਾਤੇ ਛੁਟਿਓ ਬਿਖ ਸੰਸਾਰ। ਕਰ ਕਿਰਪਾ ਪ੍ਰਭ ਕੀਨੂ ਆਪਣਾ ਨਾਨਕ ਜਪ ਜਪੇ ਹਰ ਜਪਣਾ। ਸਤਿਗੁਰੂ ਜੀ ਇਸ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਇਹ ਭਾਈ ਪਰਮਾਤਮਾ ਦੇ ਨਾਮ, ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਪਵਿੱਤਰ ਜਲ ਹੈ। ਮਜਮ ਦਾ ਭਾਵ ਇੱਥੇ ਅਰਥ ਹੈ ਇਸ਼ਨਾਨ ਕਰਨਾ। ਗੁਰੂ ਸਾਹਿਬ ਕਹਿੰਦੇ ਨੇ ਅਸਲ ਵਿੱਚ ਪਰਮਾਤਮਾ ਦਾ ਨਾਮ ਹੀ ਤੀਰਥ ਹੈ, ਜਿਸ ਵਿੱਚ ਇਸ਼ਨਾਨ ਕਰਕੇ ਤੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ, ਸੁੱਚਾ ਕਰਨਾ ਹੈ। ਇਸ ਕਰਕੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਭਾਵ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਕਰਕੇ ਆਪਣੇ ਮਨ ਨੂੰ ਪਵਿੱਤਰ ਕਰਦਾ ਹੈ, ਉਹ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ। ਕੋਟ ਗ੍ਰਹਣ ਪੁਨ ਫਲ ਮੂਚੇ ਰਹਾਉ। ਜਿਹੜਾ ਮਨੁੱਖ ਨਾਮ ਅੰਮ੍ਰਿਤ ਵਿੱਚ ਜਿਹੜਾ ਇਸ਼ਨਾਨ ਕਰਦਾ ਹੈ, ਉਹਦੇ ਕਰੋੜਾਂ ਗ੍ਰਹਿਣਾਂ ਸਮੇਂ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਵੀ ਵਧੇਰੇ ਫਲ ਮਿਲਦੇ। ਜਿਹੜੇ ਮਨੁੱਖ ਥਾਂ ਥਾਂ ਤੇ ਜਾ ਕੇ ਪੁੰਨ ਫਲ ਕਮਾਉਂਦੇ ਨੇ, ਉਹਨਾਂ ਤੋਂ ਵਧੇਰੇ ਜਿਹੜਾ ਵਾ ਉਹ ਫਲ ਪਰਮਾਤਮਾ ਦੇ ਨਾਮ ਲੈਣ ਵਿੱਚ ਹੈ। ਹਰ ਕੇ ਚਰਨ ਹਿਰਦੇ ਮਹਿ ਬਸੇ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਵਸ ਪੈਣ, ਜਨਮ ਜਨਮ ਕੇ ਕਿਲ ਬਿਖ ਨਸੇ। ਉਹਨਾਂ ਦੇ ਜਨਮਾਂ ਜਮਾਂਤਰਾਂ ਦੇ ਲੱਗੇ ਹੋਏ ਪਾਪ ਜਿਹੜੇ ਉਹਨੇ ਪਿਛਲੇ ਕਰਮਾਂ ਵਿੱਚ ਕਮਾਏ ਹੋਏ ਨੇ, ਉਹ ਨਸ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦੁਸ਼ਟ ਨ ਆਇਆ। ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਫਲ ਪ੍ਰਾਪਤ ਕਰ ਲਿਆ, ਜਮਾਂ ਦਾ ਰਸਤਾ ਉਹਨਾਂ ਦੀ ਨਜ਼ਰੀ ਨਹੀਂ ਪਿਆ। ਭਾਵ ਉਹਦੇ ਆਤਮਿਕ ਮੌਤ ਜਿਹੜੀ ਨੇੜੇ ਤੇੜੇ ਵੀ ਨਹੀਂ ਲੱਗਦੀ। ਜਿਹੜੇ ਮਨੁੱਖ ਨੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਲਿਆ ਹੈ, ਜਿਨ੍ਹਾਂ ਨੇ ਸਤ ਸੰਗਤ, ਭਲੇ ਪੁਰਸ਼ਾਂ ਦੀ ਸੰਗਤ, ਗੁਰੂ ਦੀ ਸੰਗਤ ਵਿੱਚ ਜਾ ਕੇ ਕੀਰਤਨ ਭਾਵ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਤੇ ਉਸ ਸਿਫਤ ਸਲਾਹ ਦਾ ਫਲ ਜਿਹੜਾ ਫਿਰ ਉਹਨਾਂ ਨੂੰ ਮਿਲ ਗਿਆ ਹੈ, ਉਹਨਾਂ ਨੂੰ ਫਿਰ ਜਮਾਂ ਦਾ ਜਿਹੜਾ ਰਸਤਾ ਹੈ, ਜਮਾਂ ਵਾਲਾ, ਉਹ ਰਸਤਾ ਜਿਹੜਾ ਸਾਹਮਣੇ ਨਹੀਂ ਦਿਖਦਾ। ਮਨ ਬਚ ਕਰਮ ਗੋਬਿੰਦ ਆਧਾਰ ਤੇ ਛੁਟਿਓ ਬਿਖ ਸੰਸਾਰ। ਜਿਸ ਮਨੁੱਖ ਨੇ ਆਪਣੇ ਮਨ ਦਾ, ਆਪਣੇ ਬੋਲਾਂ ਦਾ, ਆਪਣੇ ਕੰਮਾਂ ਦਾ ਆਸਰਾ ਪ੍ਰਮਾਤਮਾ ਦੇ ਨਾਮ ਨੂੰ ਬਣਾ ਲਿਆ, ਮਨ ਬਚ ਕਰਮ ਗੋਬਿੰਦ ਗੋਬਿੰਦ ਆਧਾਰ ਤਾਂ ਤੇ ਛੁਟਿਓ ਬਿਖ ਸੰਸਾਰ। ਉਸ ਤੋਂ ਸੰਸਾਰ ਦਾ ਮੋਹ ਜਿਹੜਾ ਪਰੇ ਹਟ ਜਾਂਦਾ, ਉਸ ਤੋਂ ਵਿਕਾਰਾਂ ਦਾ ਉਹ ਜ਼ਹਿਰ ਜਿਹੜਾ ਹੈ, ਵਿਕਾਰਾਂ ਰੂਪੀ ਜ਼ਹਿਰ, ਉਹ ਪਰੇ ਹੋ ਜਾਂਦਾ ਹੈ, ਨਸ ਜਾਂਦਾ ਹੈ। ਜੋ ਮਨੁੱਖ ਦੇ ਆਤਮਿਕ ਜੀਵਨ ਨੂੰ ਮਾਰ ਮੁਕਾਉਂਦਾ ਹੈ ਨਾ, ਉਹ ਜ਼ਹਿਰ ਸਾਰਾ ਪਰੇ ਦਾ ਪਰੇ ਹਟ ਜਾਂਦਾ ਹੈ, ਉਹ ਖਤਮ ਹੋ ਜਾਂਦਾ ਹੈ। ਉਹ ਸਦਾ ਫਿਰ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ। ਕਰ ਕਿਰਪਾ ਪ੍ਰਭ ਕੀਨੂ ਆਪਣਾ ਨਾਨਕ ਜਪ ਜਪੇ ਹਰ ਜਪਣਾ। ਤੇ ਗੁਰੂ ਸਾਹਿਬ ਇਸ ਸ਼ਬਦ ਦੇ ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ, ਹੇ ਪ੍ਰਮਾਤਮਾ ਜੀਓ ਕਰੋ ਕਿਰਪਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਇਹ ਮੇਰੇ ਕਿਰਪਾ ਦੇ ਖਜ਼ਾਨੇ ਪ੍ਰਭੂ ਜੀਓ, ਮਿਹਰ ਕਰਕੇ ਜਿਸ ਮਨੁੱਖ ਨੂੰ ਤੂੰ ਆਪਣਾ ਬਣਾ ਲੈਣਾ, ਜਿਹਨੂੰ ਤੂੰ ਆਪਣੀ ਗਲਵਕੜੀ ਵਿੱਚ ਲੈ ਲੈਣਾ, ਭਾਈ ਉਹ ਭਾਗਾ ਬਣ ਜਾਂਦਾ ਹੈ। ਉਹਦੇ ਉੱਤੇ ਸਤਿਗੁਰੂ ਰਹਿਮਤ ਕਰ ਦਿੰਦਾ ਹੈ, ਉਹਦੇ ਜਨਮ ਦੀ ਮੈਲ ਜਿਹੜੀ ਉਹ ਲੱਥ ਜਾਂਦੀ ਹੈ। ਇਹ ਸਤਿਗੁਰੂ ਜੀ ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ, ਨਾਨਕ ਜਾਪ ਜਪੇ ਹਰ ਜਪਣਾ।
ਇਹ ਨਾਨਕ ਉਹ ਮਨੁੱਖ ਸਦਾ ਪ੍ਰਭੂ ਦਾ ਜਪਦਾ ਹੈ, ਪ੍ਰਭੂ ਦਾ ਭਜਨ ਕਰਦਾ ਹੈ, ਪ੍ਰਭੂ ਦੀ ਬੰਦਗੀ ਕਰਦਾ ਹੈ। ਜਿਹੜਾ ਮਨੁੱਖ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਰਹਿਮਤ ਕਰਨ। ਜੋ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਜੋ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਕਰ ਰਹੇ ਹਾਂ, ਉਹਦੇ ਅਨੁਸਾਰ ਸਾਨੂੰ ਬਾਣੀ ਪੜ੍ਹਨੀ ਆ ਜਾਵੇ। ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।